ਡੰਡੋਤ ਬੰਧਨ ਅਨੇਕ ਵਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਤਿੰਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਆਨੰਦ ਮਾਣ ਰਹੇ ਸਤਸੰਗੀ ਜਨੋ। ਅਸੀਂ ਅਤ ਧੰਨਤਾ ਦੇ ਪਾਤਰ ਹਾਂ ਜੋ ਗੁਰੂ ਜੀ ਦੀ ਸਤ ਸੰਗਤ ਕਰਦੇ ਪਏ ਹਾਂ, ਕਿਉਂਕਿ ਇਹ ਵੱਡਿਆਂ ਭਾਗਾਂ ਨਾਲ ਹੀ ਪ੍ਰਾਪਤ ਹੁੰਦੀ ਹੈ। ਨਹੀਂ ਤਾਂ ਅਸੀਂ ਦੁਨੀਆ ਦੇ ਅੰਦਰ ਦੇਖਦੇ ਹਾਂ ਕਿ ਜੋ ਇਨਸਾਨ ਵਾ ਉਹ ਅਨੇਕਾਂ ਹੀ ਕੰਮਾਂ ਦੇ ਵਿੱਚ ਫਸਿਆ ਹੋਇਆ ਹੋਣ ਕਰਕੇ ਉਹ ਸਤ ਸੰਗਤ ਵਿੱਚ ਆ ਕੇ ਸ਼ਾਮਲ ਨਹੀਂ ਹੋ ਸਕਦਾ। ਕਿਉਂ ਨਹੀਂ ਹੋ ਸਕਦਾ? ਕਿਉਂਕਿ ਉਹਨੂੰ ਦੁਨੀਆਦਾਰੀ ਦਾ ਜਿਹੜਾ ਲੋਭ ਆ ਉਹ ਉਸ ਨੂੰ ਖਾਈ ਜਾ ਰਿਹਾ। ਤੇ ਸਤ ਸੰਗਤ ਵਿੱਚ ਉਹੀ ਆਉਂਦਾ ਜਿਸ ਨੂੰ ਗੁਰੂ ਨਾਲ ਪਿਆਰ ਆ। ਸੋ ਸਤਸੰਗੀ ਜਨੋ, ਕਥਾ ਵਿਚਾਰ ਆਰੰਭਣ ਤੋਂ ਪਹਿਲਾਂ ਸਤਿਗੁਰਾਂ ਪਾਸੋਂ ਬਖਸ਼ੀ ਫਤਿਹ ਨੂੰ ਗੁਜ਼ਾਉਣਾ ਕਰੀਏ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਜੋ ਆਪਣੀ ਲੜੀ ਪਿੱਛੇ ਚੱਲ ਰਹੀ ਹੈ ਜਪਜੀ ਸਾਹਿਬ ਦੀ, ਜਪਜੀ ਸਾਹਿਬ ਦੀ ਅੱਜ ਪਹਿਲੀ ਪੌੜੀ ਦੀ ਵਿਆਖਿਆ ਕਰਨੀ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਹਿਲਾਂ ਮੂਲ ਮੰਤਰ ਲਿਖਿਆ ਗੁਰਪ੍ਰਸਾਦ ਤੱਕ। ਉਸ ਤੋਂ ਬਾਅਦ ਇੱਕ ਸ਼ਲੋਕ ਲਿਖਿਆ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਤੇ ਉਸ ਤੋਂ ਬਾਅਦ ਪੌੜੀ ਦੀ ਆਰੰਭਤਾ ਕੀਤੀ ਤੇ ਸਤਿਗੁਰਾਂ ਨੇ ਪਹਿਲੀ ਪੌੜੀ ਦੇ ਵਿੱਚ ਹੀ ਸਮਝਾ ਦਿੱਤਾ, ਸੋਚੇ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾਂ ਲਿਵਤਾਰ, ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਪਾਰ, ਸਹਿਜ ਸਿਆਣਪਾਂ ਲੱਖ ਹੋਏ, ਤਾਂ ਇੱਕ ਨਾ ਚੱਲੇ ਨਾਲ, ਕਿਵ ਸਚਿਆਰਾਂ ਹੋਈਐ, ਕਿਵ ਕੂੜੇ ਟੁੱਟੇ ਪਾਲ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਜਪਜੀ ਸਾਹਿਬ ਦੀ ਪਹਿਲੀ ਪੌੜੀ ਦੀ ਆਰੰਭਤਾ ਕੀਤੀ, ਆਰੰਭਤਾ ਵੀ ਮਨੁੱਖ ਦੇ ਉਹ ਮਾੜੇ ਕੰਮਾਂ ਨੂੰ ਦੇਖਦੇ ਹੋਏ ਸ਼ੁਰੂ ਕੀਤੀ ਕਿ ਮਨੁੱਖ ਇਸ ਸੰਸਾਰ ਅੰਦਰ ਆਉਂਦਾ ਤਾਂ ਹੈ, ਜਨਮ ਤਾਂ ਲੈਂਦਾ, ਪਰ ਉਹ ਆਪਣੇ ਮਕਸਦ ਤੋਂ ਭਟਕ ਜਾਂਦਾ। ਉਹ ਰਾਹ ਪੈਣ ਦੀ ਬਜਾਏ ਕੁਰਾਹੇ ਪੈ ਜਾਂਦਾ। ਕਿਸ ਤਰ੍ਹਾਂ ਕੁਰਾਹੇ ਪੈਂਦਾ? ਤੇ ਸਤਿਗੁਰੂ ਜੀ ਸਮਝਾਉਣਾ ਕਰਦੇ ਨੇ, ਸੋਚੇ ਸੋਚ ਨਾ ਹੋਵਈ। ਸੋਚੇ ਦਾ ਅਰਥ ਹੈ ਸੋਚ ਕੇ ਨਹੀਂ, ਇਸ਼ਨਾਨ ਦਾ ਸੁਚਮ ਰੱਖਣ ਨਾਲ। ਤੇ ਅਸੀਂ ਸੋਚਦੇ ਹਾਂ ਕਿ ਗੁਰਬਾਣੀ ਦੇ ਅਰਥ ਸੌਖੇ ਨਿਕਲ ਜਾਂਦੇ ਨੇ। ਇੱਕ ਸੋਚ ਦਾ ਅਰਥ ਹੈ ਸੁਚਮ, ਇੱਕ ਸੋਚ ਦਾ ਅਰਥ ਹੈ ਸੋਚਣ ਦੇ ਨਾਲ, ਤੇ ਇੱਕ ਸੋਚ ਦਾ ਅਰਥ ਹੈ ਫਿਕਰ। ਗੁਰਬਾਣੀ ਅਨੇਕਾਂ ਹੀ ਤਰ੍ਹਾਂ ਦੇ ਤੇ ਗੁਰਬਾਣੀ ਵਿੱਚ ਅਨੇਕਾਂ ਹੀ ਤਰ੍ਹਾਂ ਵਿੱਚ ਸੋਚੇ ਦਾ ਜੋ ਸ਼ਬਦ ਹੈ ਅਨੇਕਾਂ ਥਾਵਾਂ ਤੇ ਉਸ ਦਾ ਮੀਨਿੰਗ
ਉਸ ਸ਼ਬਦ ਦੇ ਅਰਥ ਬਦਲ ਜਾਂਦੇ ਨੇ। ਤੇ ਜੋ ਇੱਥੇ ਆਇਆ ਹੈ, ਸੋਚੇ ਸੋਚ ਨਾ ਹੋਵਈ, ਜੇ ਸੋਚ ਰੱਖਣ ਨਾਲ ਕਹਿੰਦੇ ਕੁਝ ਨਹੀਂ ਹੋਣਾ, ਬਾਹਰ ਤੀਰਥਾਂ ਤੇ ਜਾਣ ਨਾਲ ਕੁਝ ਨਹੀਂ ਹੋਣਾ, ਕਿਉਂਕਿ ਤੇਰਾ ਮਨ ਤਾਂ ਅੰਦਰੋਂ ਮੈਲਾ। ਬਾਹਰ ਇਸ਼ਨਾਨ ਕਰਨ ਨਾਲ ਕੁਝ ਵੀ ਨਹੀਂ ਹੋ ਸਕਦਾ, ਕਿਉਂਕਿ ਤੂੰ ਮੂਲ ਨਾਲੋਂ ਟੁੱਟ ਗਿਆ। ਜਿਵੇਂ ਕਹਿੰਦੇ ਕੋਲਾ ਭੱਠੀ ਤੋਂ ਅਲੱਗ ਕਰ ਦਿੱਤਾ ਜਾਵੇ, ਉਸ ਨੂੰ ਚਾਹੇ ਦੁੱਧ ਨਾਲ ਧੋ ਦੋ, ਸਾਬਣ ਨਾਲ ਧੋ ਦੋ, ਦਹੀਂ ਨਾਲ ਧੋ ਦੋ, ਪਰ ਉਹ ਕਦੇ ਵੀ ਚਿੱਟਾ ਨਹੀਂ ਹੋਵੇਗਾ, ਲਾਲ ਦੁਬਾਰਾ ਮੁੜ ਕੇ ਨਹੀਂ ਹੋਵੇਗਾ। ਜੇ ਉਸ ਨੂੰ ਦੁਬਾਰਾ ਲਾਲ ਕਰਨਾ ਤੇ ਭੱਠੀ ਵਿੱਚ ਪਾਉਣਾ ਪਵੇਗਾ। ਤੇ ਸਤਿਗੁਰੂ ਜੀ ਕਹਿੰਦੇ ਉਸੇ ਤਰ੍ਹਾਂ ਦਾ ਤੇਰਾ ਮਨ ਵਾ। ਸਤਿਗੁਰੂ ਜੀ ਕਹਿੰਦੇ ਤੇਰੇ ਮਨ ਨੂੰ ਵੀ ਨਾ ਉਸ ਪਰਮਾਤਮਾ ਦੀ ਗੁਰਬਾਣੀ ਦੇ ਨਾਲ ਜੁੜਨਾ ਪਵੇਗਾ। ਤੇ ਜਗਿਆਸੂ ਪ੍ਰਮਾਤਮਾ ਅੱਗੇ ਅਰਦਾਸ ਕਰਦਾ, ਪ੍ਰਮਾਤਮਾ ਜੀ ਅਸੀਂ ਤੇਰੇ ਤੋਂ ਵਿਛੜ ਗਏ ਆ, ਵੀ ਸਾਨੂੰ ਮੇਲ ਲਓ, ਕਿਰਪਾ ਕਰੋ ਸਾਡੇ ਤੇ। ਤੇ ਸਤਿਗੁਰੂ ਜੀ ਕਹਿੰਦੇ ਪਹਿਲਾਂ ਤੂੰ ਇਸ ਸੰਸਾਰ ਅੰਦਰ ਆ ਕੇ ਮਾੜੇ ਕਰਮ ਹੀ ਕਿਉਂ ਕੀਤੇ? ਤੀਰਥਾਂ ਤੇ ਕਿਉਂ ਇਸ਼ਨਾਨ ਕਰਨ ਲੱਗ ਪਿਆ? ਆਪਣੇ ਮਨ, ਜੋ ਮਨ ਹੈ ਉਸ ਨੂੰ ਕਿਉਂ ਨਹੀਂ ਧੋਤਾ? ਤੇ ਸਤਿਗੁਰੂ ਜੀ ਸਾਨੂੰ ਸਮਝਾਉਣਾ ਕਰਦੇ ਨੇ, ਮਨ ਮੈਲਾ ਤਾਂ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਕਹਿੰਦੇ ਫਿਰ ਤੂੰ ਤਾਂ, ਤੇਰਾ ਮਨ ਹੀ ਅੰਦਰੋਂ ਮੈਲਾ ਵਾ, ਵਿਸ਼ੇ ਵਿਕਾਰਾਂ ਨਾਲ ਭਰਿਆ ਪਿਆ। ਤੇਰੇ ਸਰੀਰ ਦੇ ਅੰਦਰ ਕਹਿੰਦੇ ਜੋ 5 ਤੱਤ ਨੇ ਉਹ ਵਸ ਰਹੇ ਨੇ, ਕਾਮ ਵੀ ਆ, ਕ੍ਰੋਧ ਵੀ ਆ, ਲੋਭ ਵੀ ਆ, ਤੇ ਮੋਹ ਵੀ ਆਉਂਦਾ। ਤੇ ਕਹਿੰਦੇ ਸਾਰਿਆਂ ਨੂੰ ਭੈੜਾ ਤੇਰੇ ਚ ਹੰਕਾਰ ਵੀ ਆ। ਤੇ ਸਤਿਗੁਰਾਂ ਨੇ ਭੈੜਾ ਕਿਉਂ ਕਿਹਾ? ਕਿਉਂਕਿ ਬੰਦਾ ਇੱਕ ਨਿੱਕੀ ਜਿਹੀ ਚੀਜ਼ ਪ੍ਰਾਪਤ ਕਰਕੇ ਬਹੁਤ ਵੱਡਾ ਹੰਕਾਰ ਕਰ ਲੈਂਦਾ। ਇਨਸਾਨ ਉਸ ਪਰਮਾਤਮਾ ਅੱਗੇ ਇਹੀ ਕਹਿੰਦਾ ਕਿ ਪਰਮਾਤਮਾ ਜੀ ਮੈਨੂੰ ਹੁਣ ਬਖਸ਼ ਲਓ। ਤੇ ਉਸ ਪਰਮਾਤਮਾ ਨੂੰ ਧਿਆਉਣ ਲਈ ਉਹ ਚੁੱਪ ਕਰਕੇ ਬੈਠ ਜਾਂਦਾ। ਤੇ ਸਤਿਗੁਰੂ ਜੀ ਕਹਿੰਦੇ ਚੁੱਪੇ ਚੁੱਪ ਨਾ ਹੋਵਈ, ਜੇ ਲਾਏ ਰਹਾਂ ਲਿਵਤਾਰ। ਕਹਿੰਦੇ ਫਿਰ ਤੇਰੇ ਚੁੱਪ ਬੈਠਣ ਦੇ ਨਾਲ ਵੀ ਕੁਝ ਨਹੀਂ ਹੋਣਾ। ਜੇ ਕਹਿੰਦੇ ਚੁੱਪ ਬੈਠਣ ਨਾਲ ਹੀ ਰੱਬ ਪ੍ਰਾਪਤ ਹੋਣਾ ਹੁੰਦਾ, ਜੋ ਪਰਮਾਤਮਾ ਮਿਲਣਾ ਹੁੰਦਾ ਨਾ, ਕਹਿੰਦਾ ਸਾਰਿਆਂ ਨੂੰ ਪਹਿਲਾਂ ਉਹ ਜਾਨਵਰਾਂ ਨੂੰ ਪ੍ਰਾਪਤ ਹੋਣਾ ਸੀ, ਕਿਉਂਕਿ ਉਹ ਸਾਰੀ ਉਮਰ ਹੀ ਜਦੋਂ ਉਹਨਾਂ ਦਾ ਜਨਮ ਹੋ ਜਾਂਦਾ, ਜਦ ਤੱਕ ਮੌਤ ਨਹੀਂ ਆਉਂਦੀ, ਉਹ ਚੁੱਪ ਦੇ ਚੁੱਪ ਹੀ ਰਹਿੰਦੇ ਨੇ। ਕਹਿੰਦੇ ਸਾਰਿਆਂ ਨੂੰ ਪਹਿਲਾਂ ਤਾਂ ਫਿਰ ਉਸ ਨੂੰ ਪ੍ਰਾਪਤ ਹੋਣਾ ਸੀ। ਤੇ ਅਨੇਕਾਂ ਹੀ ਉਦਾਹਰਨਾਂ ਦੇ ਕੇ ਸਾਨੂੰ ਦੱਸ ਰਹੇ ਨੇ। ਤੇ ਸਤਿਗੁਰਾਂ ਅੱਗੇ ਜਗਿਆਸੂ ਆਉਂਦਾ, ਅਰਦਾਸ ਕਰਦਾ ਕਿ ਪ੍ਰਮਾਤਮਾ ਜੀ ਜੋ ਮੇਰਾ ਮਨ ਹੈ ਇਸ ਦੇ ਉੱਤੇ ਤੁਸੀਂ ਆਪਣੀ ਗੁਰਬਾਣੀ ਦੇ ਬਚਨਾਂ ਦਾ ਤਿੱਖਾ ਤੀਰ ਮਾਰੋ, ਸ਼ਾਇਦ ਸਾਡੀ ਹਉਮੈ ਦੀ ਕੰਧ ਵਾ ਜਿਹੜੀ ਡਿੱਗ ਪਵੇ। ਤੇ ਸਤਿਗੁਰੂ ਜੀ ਕਹਿੰਦੇ ਤੈਨੂੰ ਹਉਮੈ ਦੀ ਕੰਧ ਤੇਰੀ ਆਪਣੇ ਆਪ ਹੀ ਡਿੱਗੇਗੀ। ਤੀਰਥਾਂ ਤੇ ਇਸ਼ਨਾਨ ਕਰਨ ਦੇ ਨਾਲ ਜਾਂ ਚੁੱਪ ਰਹਿਣ ਦੇ ਨਾਲ ਜਾਂ ਤੀਰਥਾਂ ਦੇ ਸੇਵਾ ਕਰਨ ਦੇ ਨਾਲੋਂ ਆਪਣੇ ਗੁਰਬਾਣੀ ਨੂੰ ਆਪ ਪੜ੍ਹ, ਉਸ ਨੂੰ ਸਮਝ ਤੇ ਆਪਣੇ ਹਿਰਦੇ ਅੰਦਰ ਧਾਰਨ ਕਰ। ਤੇ ਸਤਿਗੁਰੂ ਜੀ ਕਹਿੰਦੇ ਪਹਿਲਾਂ ਉੱਠਦਾ, ਜਦੋਂ ਸਵੇਰ ਦੇ ਟਾਈਮ, ਤੜਕੇ ਦੇ ਟਾਈਮ ਉੱਠ ਤੇ ਆਪਣੇ ਮਨ ਦੇ ਉੱਪਰ ਪਹਿਰਾ ਲਾ ਲਿਆ ਕਰ ਜਪਜੀ ਸਾਹਿਬ ਦਾ। ਤੇ ਕਹਿੰਦੇ ਫਿਰ ਤੇਰਾ ਮਨ ਵਿਸ਼ੇ ਵਿਕਾਰਾਂ ਵੱਲ ਨਹੀਂ ਜਾਵੇਗਾ, ਕਿਉਂਕਿ ਤੇਰੇ ਤੇ ਪਹਿਰਾ ਲੱਗ ਜਾਣਾ ਜਪਜੀ ਸਾਹਿਬ ਦਾ। ਜੋ ਤੇਰੇ ਤੇ ਮਨ ਦੇ ਉੱਪਰ ਪਹਿਰਾ ਲੱਗੇਗਾ, ਕਹਿੰਦੇ ਫਿਰ ਤੂੰ ਕਿਸੇ ਦਾ ਮਾੜਾ ਵੀ ਨਹੀਂ ਸੋਚੇਗਾ। ਕੋਈ ਮਾੜਾ ਕੰਮ ਕਰਨ ਲੱਗੇ, ਕਹਿੰਦੇ ਫਿਰ ਤੇਰੇ ਅੰਦਰੋਂ ਇੱਕ ਵਾਰ ਸੋਚੇਗਾ ਜ਼ਰੂਰ ਕਿ ਮੈਂ ਇਸ ਦਾ ਮਾੜਾ ਕਰਨ ਲੱਗਿਆ ਤੇ ਕੱਲ ਨੂੰ ਮੇਰੇ ਨਾਲ ਵੀ ਮਾੜਾ ਹੋਵੇਗਾ। ਕਿਉਂ ਮਾੜਾ ਹੋਵੇਗਾ? ਕਿਉਂਕਿ ਮੈਂ ਅੱਜ ਇਹਦਾ ਕਰਦਾ
ਤੇ ਕੱਲ ਨੂੰ ਮੇਰੇ ਨਾਲ ਵੀ ਹੋਵੇਗਾ। ਚਲੋ ਇੱਕ ਉਦਾਹਰਨ ਲੈਨੇ ਆ। ਇੱਕ ਰਾਈਟਰ ਨੇ ਲਿਖਿਆ, ਕਹਿੰਦਾ ਵੀ ਮੈਂ ਇੱਕ ਕਿਤਾਬ ਨੂੰ ਪੜ੍ਹ ਰਿਹਾ ਸੀ, ਉਸ ਦੇ ਵਿੱਚ ਲਿਖਿਆ ਸੀ ਕਿ ਇੱਕ ਮਨੁੱਖ ਘਰੋਂ ਤੁਰਿਆ ਤੇ ਨਾਲ ਉਸਦਾ ਪੁੱਤਰ ਵਾ, ਤੇ ਥੋੜਾ ਜਿਹਾ ਅੱਗੇ ਤੁਰਦਾ ਇੱਕ ਮਨੁੱਖ ਨੂੰ ਦੇਖਦਾ, ਉਸ ਦੀਆਂ ਲੱਤਾਂ ਨੇ ਜੋ ਗਲ ਚੁੱਕੀਆਂ ਹੁੰਦੀਆਂ ਨੇ, ਤੇ ਆਪਣੇ ਪਿਤਾ ਜੀ ਨੂੰ ਕਹਿੰਦਾ ਪਿਤਾ ਜੀ, ਕੀ ਇਹ ਸਮਾਂ ਵੀ ਮੇਰੇ ਤੇ ਆਵੇਗਾ ਵੀ ਇਹ ਬਜ਼ੁਰਗ ਬਿਰਧ ਵਾਹੇ, ਇਹ ਤੋਂ ਉੱਠਿਆ ਨਹੀਂ ਜਾਂਦਾ, ਇਸ ਦੀਆਂ ਲੱਤਾਂ ਖਰਾਬ ਹੋ ਚੁੱਕੀਆਂ ਨੇ। ਕਹਿੰਦੇ ਪਿਤਾ ਜੀ ਇਹ ਸਮਾਂ ਮੇਰੇ ਤੇ ਵੀ ਆਵੇਗਾ। ਉਹ ਕਹਿੰਦੇ ਪੁੱਤਰ ਜੀ ਸ਼ੁਭ ਸ਼ੁਭ ਬੋਲੋ, ਐਸਾ ਕੁਝ ਵੀ ਨਹੀਂ ਹੋਵੇਗਾ, ਕਿਉਂਕਿ ਇਸਨੇ ਮਾੜੇ ਕਰਮ ਕੀਤੇ ਨੂੰ ਮਾੜੇ ਕਰਮਾਂ ਦਾ ਫਲ ਭੋਗਣਾ ਪੈ ਰਿਹਾ। ਤੇ ਥੋੜਾ ਅੱਗੇ ਜਾਂਦਾ, ਅੱਗੇ ਇਨਸਾਨ ਦੀ ਅਰਥੀ ਲਈ ਜਾਂਦੇ ਹੁੰਦੇ ਆ। ਕਹਿੰਦਾ ਪਿਤਾ ਜੀ ਇਹ ਕੀ ਜਾ ਰਿਹਾ ਵਾ? ਤੇ ਉਸਦਾ ਪਿਤਾ ਬੋਲਦਾ, ਕਹਿੰਦਾ ਪੁੱਤਰ ਜੀ ਇਨਸਾਨ ਮਰ ਚੁੱਕਿਆ ਵਾ, ਉਸ ਨੂੰ ਅੱਗ ਲਾਉਣ ਲਈ ਜਾ ਰਹੇ ਨੇ। ਤੇ ਬੱਚੇ ਨੇ ਫਿਰ ਜਵਾਬ ਕੀਤਾ, ਕਹਿੰਦਾ ਪਿਤਾ ਜੀ ਕੀ ਇਹ ਸਾਡੇ ਘਰ ਵੀ ਹੋਵੇਗਾ? ਤੇ ਕਹਿੰਦੇ ਫਿਰ ਉਸਦੇ ਪਿਤਾ ਨੇ ਅੱਖਾਂ ਖੋਲ ਕੇ ਜਵਾਬ ਦਿੱਤਾ ਕਿ ਨਹੀਂ ਪੁੱਤਰ ਜੀ, ਇਸ ਤਰ੍ਹਾਂ ਨਹੀਂ ਬੋਲਣਾ। ਕਹਿੰਦੇ ਕਿਉਂ ਪਿਤਾ ਜੀ? ਕਹਿੰਦਾ ਆਪਾਂ ਦੂਸਰੇ ਦੀ, ਕਹਿੰਦਾ ਜਦੋਂ ਤੇ ਘਰ ਦੇ ਕਹਿੰਦਾ ਮੌਤ ਹੋ ਜਾਵੇ ਉੱਥੇ ਚਲੇ ਜਾਂਦੇ ਆ, ਜੇ ਕਿਸੇ ਦੇ ਕਹਿੰਦਾ ਪੈਰ ਗੋਡੇ ਖਰਾਬ ਨੇ ਆਪਾਂ ਉੱਥੋਂ ਦੇਖ ਕੇ ਮੁੜ ਆਉਂਦੇ ਆ। ਕਹਿੰਦਾ ਸਾਨੂੰ ਆਪਣੇ ਤੇ ਆਪ ਕਿਉਂ ਨਹੀਂ ਪਤਾ ਲੱਗਦਾ ਵੀ ਅੱਜ ਇਹਨਾਂ ਦੇ ਘਰ ਹੋਈ ਹੈ ਤੇ ਕੱਲ ਨੂੰ ਮੇਰੇ ਘਰ ਵੀ ਹੋਵੇਗੀ। ਫਿਰ ਕਹਿੰਦੇ ਤੂੰ ਪਖੰਡਬਾਜ਼ੀਆਂ ਬਹੁਤ ਕਰਦਾ ਵਾ। ਕਿਉਂ ਕਰਦਾ? ਕਿਉਂਕਿ ਤੇਰਾ ਮਨ ਵਾ ਜਿਹੜਾ ਇੱਕ ਥਿਰ ਨਹੀਂ ਰਹਿੰਦਾ। ਕਿਉਂਕਿ ਸਤਿਗੁਰਾਂ ਨੇ ਸਾਨੂੰ ਇਹੀ ਸਮਝਾਇਆ ਕਿ ਪਹਿਲਾਂ ਆਪਣੇ ਮਨ ਦੀ ਇਕਾਗਰਤਾ ਕਰ। ਇਕਾਗਰਤਾ ਟਿਕਣੀ ਕਿਹਦੇ ਨਾਲ ਵਾ? ਗੁਰਬਾਣੀ ਨਾਲ। ਅਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਤਾਂ ਆਪਣੇ ਘਰ ਰਖਵਾ ਲੈਂਦੇ ਆ, ਬੜੇ ਚਾਵਾਂ ਨਾਲ ਰਖਵਾਉਂਦੇ ਆ, ਪਰ ਸੱਚ ਜਾਣੇ ਆਪਣੇ ਦਿਲਾਂ ਤੇ ਹੱਥ ਰੱਖ ਕੇ ਦੇਖਿਓ ਕਿ ਇੱਕ ਵੀ ਬਚਨ ਗੁਰੂ ਜੀ ਦਾ ਸੁਣ ਕੇ ਕੰਨੀ ਆਪਣੇ ਹਿਰਦੇ ਅੰਦਰ ਧਾਰਦੇ ਆ। ਬਾਹਲੀ ਗੱਲ ਤਾਂ ਕਿ ਅਸੀਂ ਜਿੱਥੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਹੁੰਦਾ, ਸਰੂਪ ਬਿਰਾਜਮਾਨ ਹੁੰਦੇ ਨੇ, ਅਸੀਂ ਤਾਂ ਉੱਥੇ ਬੱਚਿਆਂ ਨੂੰ ਵੀ ਨਹੀਂ ਜਾਣ ਦਿੰਦੇ, ਆਪ ਤਾਂ ਕੀ ਜਾਣਾ। ਤੇ ਬੱਚੇ ਉਧਰ ਨੂੰ ਜਾਣ ਲੱਗ ਦਿੰਦੇ ਨੇ ਤੇ ਘਰ ਦੇ ਕਹਿ ਦਿੰਦੇ ਨੇ ਖਿੱਚ ਕੇ, ਨਹੀਂ ਪੁੱਤਰ ਉਧਰ ਬਾਬਾ ਜੀ ਬੈਠੇ, ਨਹੀਂ ਜਾਣਾ। ਭਲਿਓ ਤੂੰ ਤਾਂ ਨਹੀਂ ਜਾਣਾ, ਬੱਚਾ ਤਾਂ ਜਾ ਰਿਹਾ, ਉਸ ਨੂੰ ਤਾਂ ਜਾਣ ਦਿਓ। ਕਿਉਂ ਨਹੀਂ ਜਾਣ ਦਿੰਦੇ? ਕਿਉਂਕਿ ਅਸੀਂ ਸਾਨੂੰ ਪਤਾ ਵਾ ਕਿ ਮਾਇਆ ਦੇਵਾਂਗੇ, ਜੋ ਇਹ ਕਰਮ ਪਾਠ ਇਹ ਕਰਨਗੇ ਤੇ ਫਲ ਸਾਨੂੰ ਮਿਲ ਜਾਵੇਗਾ। ਉਦਾਹਰਨ ਲੈਣੇ, ਕਹਿੰਦੇ ਇੱਕ ਡਾਕਟਰ ਇੱਕ ਮਰੀਜ਼ ਡਾਕਟਰ ਕੋਲੇ ਗਿਆ ਤੇ ਡਾਕਟਰ ਨੂੰ ਕਹਿੰਦਾ ਡਾਕਟਰ ਸਾਹਿਬ ਮੈਨੂੰ ਦੇਖੋ ਕੁਝ ਬਿਮਾਰੀ ਹੈ, ਬੁਖਾਰ ਨਹੀਂ ਹਟ ਰਿਹਾ, ਮੈਂ ਠੀਕ ਨਹੀਂ ਹੋ ਰਿਹਾ। ਡਾਕਟਰ ਕਹਿੰਦਾ ਤੈਨੂੰ ਇੱਕ ਕੰਮ ਕਰਨਾ ਪਵੇਗਾ, ਦਵਾਈ ਲੈਣੀ ਪਵੇਗੀ। ਕਹਿੰਦਾ ਕਿੰਨੇ ਕੁ ਦੀ ਦਵਾਈ ਆ? ਕਹਿੰਦਾ 250 ਦੀ। ਕਹਿੰਦਾ ਚੱਕ 500 ਰੁਪਇਆ, ਤੂੰ ਦਵਾਈ ਤੂੰ ਖਾਣੀ ਤੇ ਆਰਾਮ ਮੈਨੂੰ ਆਉਣਾ ਚਾਹੀਦਾ। ਡਾਕਟਰ ਭਗਾ ਕੇ 500 ਰੁਪਇਆ ਦੇ ਕੋਲੇ ਮਾਰਦਾ, ਕਹਿੰਦਾ ਚੱਕ ਆ, ਚੱਕ ਮੇਰੀ 100 ਰੁਪਇਆ ਫੀਸ ਵੀ ਚੱਕ ਲਾ, ਪਰ ਮੈਨੂੰ ਤੇਰਾ ਇਹ ਨਹੀਂ ਚਾਹੀਦਾ, ਦਵਾਈ ਤੈਨੂੰ ਆਪ ਖਾਣੀ ਪਵੇਗੀ। ਉਸੇ ਤਰ੍ਹਾਂ ਸਾਨੂੰ ਪਾਠ ਆਪ ਕਰਨਾ ਪਵੇਗਾ ਤੇ ਤਾਂ ਹੀ ਸਮਝ ਆਵੇਗੀ। ਜੇ ਅਸੀਂ ਗ੍ਰੰਥੀ ਸਿੰਘ ਨੂੰ ਬੁਲਾਉਂਦੇ ਵੀ ਆ, ਪਾਠ ਕਰਦਾ, ਤੇ ਉਸ ਨੂੰ ਕਹਿ ਦਿੰਨੇ ਆ ਕਿ ਕੱਲਾ ਬਹਿ ਕੇ ਪਾਠ ਕਰ ਲੈਂਦਾ, ਸੁਣਦਾ ਤਾਂ ਕੋਈ ਵੀ ਨਹੀਂ। ਕੋਈ ਵਿਰਲਾ ਹੋਵੇਗਾ ਜੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲੇ ਆ ਕੇ ਬਾਣੀ ਨੂੰ ਸਰਵਣ ਕਰਦਾ, ਪਰ ਉਹ ਇੱਕ ਕੰਨ ਵਿੱਚ ਦੀ ਪਾਉਂਦਾ, ਕੁਝ ਸਮੇਂ ਬਾਅਦ ਉਹ ਕੱਢ ਦਿੰਦਾ। ਉਦਾਹਰਨ ਲਈਏ, ਕਹਿੰਦੇ ਇੱਕ ਰਾਜੇ ਦੇ ਕੋਲੇ ਇੱਕ ਵਪਾਰੀ ਆਇਆ 3 ਮੂਰਤੀਆਂ ਲੈ ਕੇ। 3 ਮੂਰਤੀਆਂ ਰੱਖੀਆਂ। ਰਾਜੇ ਨੂੰ ਕਹਿੰਦਾ ਮੈਂ ਸੁਣਿਆ ਸੀ ਤੁਹਾਡੇ
ਦਰਬਾਰ ਦੇ ਅੰਦਰ ਨਿਆਂ ਬਹੁਤ ਚੰਗੀ ਤਰ੍ਹਾਂ ਹੁੰਦਾ। ਰਾਜਾ ਕਹਿੰਦਾ ਗੱਲ ਤਾਂ ਸਹੀ ਸੁਣੀ ਆ। ਕਹਿੰਦਾ ਚਲੋ ਠੀਕ ਆ, ਫਿਰ ਇਹ ਮੂਰਤੀਆਂ ਦਾ ਮੁੱਲ ਰੱਖੋ। ਕਹਿੰਦੇ ਮੂਰਤੀਆਂ ਦੱਸੋ ਵੀ ਕਿੰਨੇ ਕਿੰਨੇ ਦੀਆਂ ਵਿਕਣੀਆਂ ਚਾਹੀਦੀਆਂ, ਨਿਆਂ ਕਰੋ ਇਹਨਾਂ ਦਾ। ਰਾਜਾ ਕਹਿੰਦਾ ਮੈਨੂੰ ਸੋਚਣ ਦਿਓ, ਕੁਝ ਟਾਈਮ ਚਾਹੀਦਾ। ਤੇ ਰਾਜਾ ਕਹਿੰਦਾ ਮੈਨੂੰ 1 ਦਿਨ ਦਾ ਟਾਈਮ ਦੇ ਦੇ, ਮੈਂ ਤੈਨੂੰ ਸਵੇਰੇ ਦਰਬਾਰ ਦੇ ਵਿੱਚ ਮਿਲਾਂਗਾ ਤੇ ਇਸ ਮੂਰਤੀਆਂ ਨੂੰ ਮੈਨੂੰ ਫੜਾ ਦੇ ਤੇ ਮੈਂ ਤੈਨੂੰ ਇਹ ਦੱਸ ਦੇਵਾਂਗਾ ਵੀ ਕਿ ਇਸ ਦਾ ਮੁੱਲ ਕਿੰਨਾ ਹੈ ਤੇ ਇਸ ਦਾ ਕਿੰਨਾ। ਦੇਖਣ ਨੂੰ ਸਾਰੀਆਂ ਇੱਕੋ ਜੀਆਂ, ਮੂੰਹ ਮੱਥਾ ਸਭ ਕੁਝ ਇੱਕੋ ਜਿਹਾ ਵਾ, ਪਰ ਰਾਜੇ ਨੇ ਟਾਈਮ ਲਿਆ। ਰਾਜਾ ਕਹਿੰਦਾ ਕੋਈ ਨਾ ਕੋਈ ਤਾਂ ਖਾਸ ਵਜ੍ਹਾ ਹੋਵੇਗੀ। ਉਹ ਵਜ਼ੀਰਾਂ ਨੂੰ ਬੁਲਾਉਂਦਾ, ਚੋਣਵੇਂ ਵਜ਼ੀਰ ਉਸ ਦੇ ਸਲਾਹਕਾਰ ਨਾਲ ਜਾਂਦੇ ਨੇ। ਜਦੋਂ ਰਾਜੇ ਦੇ ਮੂਹਰੇ 3 ਮੂਰਤੀਆਂ ਪਈਆਂ ਤੇ ਰਾਜਾ ਹੈਰਾਨ ਨਾਲ ਦੇਖ ਰਿਹਾ ਵੀ ਮੂਰਤੀਆਂ ਦੇ ਵਿੱਚ ਕੋਈ ਫਰਕ ਨਹੀਂ, ਇੱਕੋ ਜਿਹਾ ਰੰਗ, ਇੱਕੋ ਜਿਹਾ ਡਿਜ਼ਾਈਨ, ਇੱਕੋ ਜਿਹੀਆਂ ਹੀ ਉੱਚੀਆਂ ਨੇ, ਨਾ ਕੋਈ ਆਕਾਰ ਵੱਡਾ ਛੋਟਾ ਵਾ। ਤੇ ਫਿਰ ਇਹ ਹੋਇਆ ਕਿ ਮੁੱਲ ਲਾਉਣ ਨੂੰ ਕਾਹਤੋਂ ਕਹਿ ਦਿੱਤਾ, ਇੱਕ ਦੇ ਕਾਹਤੋਂ ਨਹੀਂ ਲਵਾਇਆ। ਤੇ ਵਜ਼ੀਰਾਂ ਨੇ ਦੇਖਿਆ ਕਿ ਇੱਕ ਦੇ ਕੰਨਾਂ ਦੀਆਂ ਮੋਹਰੀਆਂ ਖੁੱਲੀਆਂ ਨੇ, ਵੀ ਉੱਪਰੋਂ ਤਾਂ ਦੇਖਣੀ ਪਾਖਣੀ ਮਨੁੱਖ ਦੀ ਠੀਕ ਆ, ਪਰ ਅੰਦਰੋਂ ਜੋ ਮਨ ਹੈ ਨਾ, ਕਹਿੰਦੇ ਉਹ ਕਾਲਾ ਹੋਇਆ ਪਿਆ। ਉਸੇ ਤਰ੍ਹਾਂ ਹੀ ਤਸਵੀਰਾਂ ਨੇ, ਕਹਿੰਦੇ ਅੰਦਰੋਂ ਤਾਂ ਕੁਝ ਦਿਖਦਾ ਨਹੀਂ। ਤੇ ਰਾਜੇ ਨੇ ਇੱਕ ਦਿਮਾਗ ਲਾਇਆ, ਕਹਿੰਦੇ ਇਸ ਦੇ ਕੰਨ ਵਿੱਚ ਨਾ ਇੱਕ ਕਣਕ ਦਾ ਦਾਣਾ ਪਾਓ, ਕਹਿੰਦੇ ਦੇਖਦੇ ਆਂ ਬਾਹਰ ਨਿਕਲੇਗਾ ਕਿ ਨਹੀਂ। ਜਦੋਂ ਪਹਿਲੀ ਉਹਨਾਂ ਨੇ ਫੋਟੋ ਚੱਕੀ, ਜੋ ਤਸਵੀਰ ਸੀ ਉਹ ਚੱਕੀ, ਉਹਦੇ ਕੰਨ ਦੇ ਵਿੱਚ ਦਾਣਾ ਪਾਇਆ ਗਿਆ ਤੇ ਦਾਣਾ ਦੂਜੇ ਪਾਸੇ ਦੀ ਬਾਹਰ ਨਿਕਲ ਗਿਆ। ਤੇ ਰਾਜਾ ਸਮਝ ਗਿਆ, ਕਹਿੰਦਾ ਇਹਨੂੰ ਪਰੇ ਕਰ ਦੋ। ਤੇ ਕਹਿੰਦੇ ਦੂਜੀ ਮੂਰਤ ਲਿਆਓ, ਇਹਦੇ ਕੰਨ ਵਿੱਚ ਪਾ ਕੇ ਦੇਖੋ। ਤੇ ਦੂਜੀ ਮੂਰਤ ਦੇ ਕੰਨ ਵਿੱਚ ਪਾਇਆ ਤੇ ਉਹ ਅੱਗੋਂ ਮੂੰਹ ਥਾਣੀ ਦੀ ਬਾਹਰ ਨਿਕਲਿਆ। ਤੇ ਤੀਜੀ ਮੂਰਤ ਦੇ ਕਹਿੰਦਾ ਪਾਓ ਤੇ ਉੱਥੋਂ ਬਾਹਰ ਹੀ ਨਹੀਂ ਨਿਕਲਿਆ। ਸਤਿਗੁਰੂ ਜੀ ਕਹਿੰਦੇ ਇਸ ਤਰ੍ਹਾਂ ਦੇ ਇਨਸਾਨ ਰਹਿੰਦੇ ਨੇ ਇਸ ਧਰਤੀ ਤੇ। ਤੇ ਰਾਜੇ ਨੇ ਨਿਆਂ ਕੀਤਾ। ਸਵੇਰ ਨੂੰ ਦਰਬਾਰ ਲੱਗਿਆ ਰਾਜੇ ਦਾ, ਤੇ ਰਾਜੇ ਨੇ ਦੱਸਿਆ ਤੇ ਉਹ ਜੋ ਮੂਰਤੀਆਂ ਲੈ ਕੇ ਆਇਆ ਸੀ ਜਗਿਆਸੂ, ਉਹ ਰਾਜੇ ਅੱਗੇ ਮੂਹਰੇ ਕਹਿੰਦਾ ਰਾਜਨ ਹੁਣ ਦੱਸੋ, ਮੇਰਾ ਇਨਸਾਫ ਕਰੋ, ਦੱਸੋ ਵੀ ਮੂਰਤੀਆਂ ਕਿਹੜੀਆਂ ਕਿੰਨੀਆਂ ਨੇ। ਰਾਜੇ ਨੇ ਉਸ ਤਰ੍ਹਾਂ ਹੀ ਰੱਖ ਲੀਆਂ। ਜੋ ਪਹਿਲੇ ਦੇ ਕੰਨ ਵਿੱਚ ਦਾਣਾ ਪਾਇਆ ਸੀ ਬਾਹਰ ਨਿਕਲ ਗਿਆ, ਦੂਸਰਾ ਜੋ ਉਹਦੇ ਮੂੰਹ ਦੇ ਵਿੱਚ ਦੀ ਦਾਣਾ ਨਿਕਲਿਆ, ਤੀਸਰੇ ਦੇ ਦਾਣਾ ਬਾਹਰ ਹੀ ਨਹੀਂ ਆਇਆ। ਤੇ ਰਾਜੇ ਨੂੰ ਸਮਝ ਲੱਗ ਗਈ, ਕਹਿੰਦਾ ਇੱਕ ਤਾਂ ਇਨਸਾਨ ਉਹ ਹੁੰਦਾ, ਇਸ ਦੀ ਕਹਿੰਦਾ ਜੋ ਸੁਣਦਾ ਤਾਂ ਹੈ ਪਰ ਦੂਜੇ ਕੰਨ ਵਿੱਚ ਦੀ ਬਾਹਰ ਕੱਢ ਦਿੰਦਾ। ਕਹਿੰਦੇ ਉਸੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਪਾਠ ਘਰੇ ਰਖਾਉਂਦੇ ਨੇ, ਕਹਿੰਦੇ ਸੁਣਦੇ ਤਾਂ ਹੈ ਪਰ ਉਹ ਦੂਸਰੇ ਕੰਨ ਵਿੱਚ ਦੀ ਬਾਹਰ ਕੱਢ ਦਿੰਦੇ ਨੇ। ਤੇ ਕਹਿੰਦੇ ਦੂਸਰੇ ਕੁਝ ਸੁਣਦੇ ਨੇ, ਅੰਦਰ ਮਨ ਦੇ ਵਸਾਉਂਦੇ ਵੀ ਨੇ, ਤੇ ਕੁਝ ਕਿਸੇ ਦਾ ਭਲਾ ਵੀ ਕਰਦੇ ਆ, ਆਪਣਾ ਤਾਂ ਭਾਵੇਂ ਨਹੀਂ ਕਰਦੇ, ਕਿਸੇ ਦਾ ਤਾਂ ਕਰਦੇ ਬੋਲ ਕੇ। ਕਹਿੰਦੇ ਇਹਦੀ ਕੁਝ ਕੀਮਤ ਹੋ ਸਕਦੀ ਹੈ। ਕਹਿੰਦੇ ਆ ਜਿਹੜੇ ਇੱਧਰ ਦੀ ਪਾਉਂਦੇ ਆ ਨਾ ਕੰਨ ਦੇ, ਦੂਜੇ ਪਾਸੇ ਦੀ ਨਿਕਲ ਗਿਆ, ਕਹਿੰਦੇ ਇਹਦੀ ਕੋਈ ਕੀਮਤ ਨਹੀਂ। ਇਸ ਦੀ ਕੀਮਤ ਤਾਂ ਕਹਿੰਦਾ ਕੱਖਾਂ ਤੋਂ ਵੀ ਹੌਲੀ ਆ। ਕਹਿੰਦਾ ਇਸ ਦੀ ਫਿਰ ਵੀ ਮੈਂ ਕੁਝ ਦੇਵਾਂਗਾ। ਜਿਸ ਦੇ ਮੂੰਹ ਵਿੱਚ ਦੀ ਦਾਣਾ ਨਿਕਲਿਆ, ਕਹਿੰਦੇ ਕੰਨਾਂ ਚੋਂ ਦੀ ਸੁਣਿਆ ਤਾਂ ਹੈ ਪਰ ਇਸਨੇ ਪਰ ਅੱਗੇ ਕਿਸੇ ਦਾ ਭਲਾ ਕੀਤਾ, ਬੋਲ ਕੇ ਉਸ ਨੂੰ ਦੱਸਿਆ ਵੀ ਆਹ ਚੀਜ਼ ਕਹਿ ਰਹੀ ਆ, ਕਹਿੰਦੇ ਇਹਦਾ ਮੁੱਲ ਕੁਝ ਦੇ ਦੇਵਾਂਗਾ। ਤੇ ਕਹਿੰਦੇ ਅੱਗੇ ਆਖਰੀ ਤੀਜੀ ਨੂੰ ਪਤਾ ਲੱਗਿਆ ਤੇ ਕਹਿੰਦੇ ਇਸ ਦਾ ਮੁੱਲ ਤਾਂ ਮੇਰੇ ਕੋਲੋਂ ਪੈਣਾ ਹੀ ਨਹੀਂ। ਕਿਉਂ ਨਹੀਂ ਪੈਣਾ? ਕਿਉਂਕਿ ਇਸ ਸੰਸਾਰ ਅੰਦਰ ਮਨੁੱਖ ਬਿਰਲਾ ਹੀ ਹੁੰਦਾ ਜੋ ਉਸ ਗੁਰੂ ਦੀ ਗੁਰਬਾਣੀ ਨੂੰ ਪੜ੍ਹ ਕੇ ਆਪਣੇ ਹਿਰਦੇ ਅੰਦਰ ਧਾਰਨ ਕਰਦਾ, ਜੋ ਦਿਲ ਦੀਆਂ ਦਿਲ ਵਿੱਚ ਹੀ ਰੱਖਦਾ। ਕੋਈ ਬਿਰਲਾ ਹੀ ਹੋਵੇਗਾ। ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਸਾਨੂੰ ਇਹ ਸਮਝਾਉਣਾ ਕਰਦੇ ਨੇ, ਕਹਿੰਦੇ ਜੇ ਚੁੱਪ ਰਹਿਣ ਨਾਲ ਕੁਝ ਹੋਣਾ ਹੁੰਦਾ ਨਾ, ਤੇ ਸਾਰਿਆਂ ਨੂੰ ਪਹਿਲੋਂ ਉਹਨਾਂ ਜਾਨਵਰਾਂ ਦਾ ਹੋਣਾ ਸੀ, ਤੇ ਫਿਰ ਕਹਿੰਦੇ ਤੈਨੂੰ ਫਿਰ ਉਸ ਜਾਨਵਰਾਂ ਤੋਂ ਪਹਿਲੋਂ ਰੱਬ ਨੂੰ ਮਿਲਣਾ ਸੀ, ਜਾਨਵਰਾਂ ਨੂੰ ਮਿਲਣਾ ਸੀ, ਤੇ ਤੈਨੂੰ ਤਾਂ ਇਨਸਾਨ ਨੂੰ ਫਿਰ ਬਾਅਦ ਚੋਂ ਹੀ ਮਿਲਣਾ ਸੀ। ਨਾ ਤਾਂ ਤੈਨੂੰ ਤੀਰਥਾਂ ਤੇ ਜਾਣ ਨਾਲ ਕੁਝ ਮਿਲਣਾ, ਨਾ ਤੈਨੂੰ ਚੁੱਪ ਰਹਿਣ ਦੇ ਨਾਲ ਕੁਝ ਮਿਲਣਾ। ਫਿਰ ਕਹਿੰਦੇ ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਪਾਰ।
ਫਿਰ ਕਹਿੰਦੇ ਤੂੰ ਭੁੱਖਾ ਹੀ ਰਹਿ ਕੇ ਦੇਖ ਲੈਣਾ ਵੀ ਭੁੱਖ ਰਹਿ ਕੇ ਸ਼ਾਇਦ ਭੁੱਖਾ ਰਹਿ ਕੇ ਮੈਨੂੰ ਪ੍ਰਮਾਤਮਾ ਮਿਲ ਜਾਵੇਗਾ। ਕਹਿੰਦੇ ਕਿੰਨਾ ਕੁ ਸਮਾਂ ਭੁੱਖਾ ਰਹਿ ਜਾਏਗਾ? ਕਹਿੰਦੇ ਇਹ ਵੀ ਨਹੀਂ ਹੋ ਸਕਦਾ। ਕਹਿੰਦੇ ਬੰਨਾਂ ਪੁਰੀਆਂ ਪਰ ਕਹਿੰਦੇ ਫਿਰ ਤੇਰੇ ਅੰਦਰ ਲਾਲਚ ਆ ਜਾਂਦਾ। ਕਿੰਨਾ ਕੁ ਟਾਈਮ ਲਾਲਚ ਦੀ ਵਿਰਤੀ ਨੂੰ ਰੋਕ ਲਵੇਂਗਾ? ਤੇ ਇਨਸਾਨ ਨੂੰ ਕਹਿੰਦੇ ਫਿਰ ਤੈਨੂੰ ਲਾਲਚ ਵੀ ਆਵੇਗਾ। ਲਾਲਚ ਕਿਸ ਤਰ੍ਹਾਂ ਆਵੇਗਾ? ਕਹਿੰਦੇ ਤੇਰੇ ਅੱਗੇ ਭੋਜਨ ਰੱਖਿਆ ਜਾਵੇਗਾ, ਕਿੰਨਾ ਕੁ ਟਾਈਮ ਤੂੰ ਬਰਦਾਸ਼ਤ ਕਰ ਲਵੇਂਗਾ ਕਿ ਮੈਂ ਭੋਜਨ ਖਾਣਾ ਨਹੀਂ? ਕਹਿੰਦਾ ਸੋਚਦੇ ਤਾਂ ਹੋਵੇਂਗਾ ਕਿ ਰੱਖ ਕੇ ਜਾਵੇ ਸਹੀ, ਮੈਂ ਛਕ ਲਵਾਂਗਾ, ਬਾਅਦ ਚੋਂ ਫਿਰ ਅੱਖਾਂ ਬੰਦ ਕਰ ਲਵਾਂਗਾ। ਪਰਮਾਤਮਾ ਕਹਿੰਦੇ ਤੇਰਾ ਭੁੱਖੇ ਰਹਿਣ ਨਾਲ ਵੀ ਕੁਛ ਹੋਣਾ। ਸੋ ਰਹਿੰਦੀਆਂ ਵਿਚਾਰਾਂ ਕੱਲ ਦੇ ਦੀਵਾਨਾਂ ਵਿੱਚ ਕਰਾਂਗੇ ਜੀ। ਸਮਾਂ ਸਮਾਪਤ ਹੈ। ਬੋਲਦਿਆਂ ਪਾਸੋਂ ਇੱਕ ਨਹੀਂ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ। ਅੰਤ ਨੂੰ ਬੁਲਾਓ ਜੀ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।